ਹਾਂਜੀ, ਗੁਰੂ ਸਟੱਡੀ ਪੁਆਇੰਟ 'ਤੇ ਆਪ ਜੀ ਦਾ ਸਵਾਗਤ ਹੈ ਦੋਸਤੋ। ਸੋ ਸਾਰਿਆਂ ਨੂੰ ਪਤਾ ਹੈਗਾ ਮਾਸਟਰ ਕੇਡਰ ਦੇ ਨਾਲ ਸੰਬੰਧਿਤ ਪੋਸਟਾਂ ਆਈਆਂ ਹੋਈਆਂ ਨੇ ਲਗਭਗ 4000, ਜਿਹਦੇ ਵਿੱਚੋਂ 633 ਦੇ ਕਰੀਬ ਪੋਸਟਾਂ ਆਈਆਂ ਨੇ SST ਦੀਆਂ। ਸੋ SST ਮਾਸਟਰ ਕੇਡਰ ਦੀ ਤਿਆਰੀ ਆਪਾਂ ਆਪਣੇ ਚੈਨਲ 'ਤੇ ਬਹੁਤ ਵਧੀਆ ਤਰੀਕੇ ਨਾਲ ਕਰਵਾ ਰਹੇ ਹਾਂ ਅਤੇ ਨੋਟਸ ਵੀ ਦੇ ਰਹੇ ਹਾਂ ਸਾਰੇ ਜਿਹੜੇ ਨੋਟਸ ਲੈਣਾ ਚਾਹੁੰਦੇ ਨੇ ਦੋਸਤ ਮਿੱਤਰ। ਸੋ ਨੋਟਸ ਆਪਣੇ ਟਾਈਪ ਕੀਤੇ ਹੋਏ ਨੇ, ਉਹਦੇ ਬਾਰੇ ਤੁਸੀਂ ਪੁਰਾਣੇ ਲੈਕਚਰ ਵੀ ਦੇਖ ਸਕਦੇ ਹੋ। ਆਪਾਂ ਡੈਮੋ ਲੈਕਚਰ ਪਾਏ ਹੋਏ ਨੇ ਨੋਟਸਾਂ ਦੇ ਬਾਰੇ 'ਚ। ਸੋ SST ਮਾਸਟਰ ਕੇਡਰ ਦੀ ਤਿਆਰੀ ਦੇ ਵਿੱਚ ਆਪਾਂ ਲੜੀਵਾਰ ਟੌਪਿਕ ਵਾਈਜ਼ ਚੱਲੇ ਹੋਏ ਆ। ਅੱਜ ਆਪਾਂ ਮੱਧਕਾਲ ਦਾ ਆਖਰੀ ਲੈਕਚਰ ਕਰ ਰਹੇ ਹਾਂ, 30 ਨੰਬਰ ਲੈਕਚਰ। 29 ਅਤੇ 30 ਇਹ ਦੋ ਲੈਕਚਰ ਮੱਧਕਾਲ ਦੇ ਨਾਲ ਸੰਬੰਧਿਤ ਮਿਕਸ ਹੋਣਗੇ। ਇਹਦੇ ਵਿੱਚ ਕੋਈ ਸਪੈਸ਼ਲ ਬਾਦਸ਼ਾਹ ਦਾ ਜ਼ਿਕਰ ਨਹੀਂ ਹੋਊਗਾ। 31 ਨੰਬਰ ਲੈਕਚਰ ਆਪਾਂ ਜਿਹੜਾ ਲੈ ਕੇ ਆਵਾਂਗੇ ਅੱਗੇ, ਉਹ ਮਾਡਰਨ ਹਿਸਟਰੀ ਤੋਂ ਸ਼ੁਰੂ ਕਰਾਂਗੇ। ਸੋ ਇਹ ਜਦੋਂ ਟੌਪਿਕ ਵਾਈਜ਼ ਸਾਰੀ ਹਿਸਟਰੀ ਆਪਣੀ ਕਵਰ ਹੋ ਗਈ, ਪੰਜਾਬ ਹਿਸਟਰੀ ਨੂੰ ਵੀ ਟੌਪਿਕ ਵਾਈਜ਼ ਕਵਰ ਕਰਾਂਗੇ। ਫਿਰ ਉਸ ਤੋਂ ਬਾਅਦ ਆਪਾਂ ਸਾਰਾ ਰਲੇਵਾਂ ਚੱਲੂਗਾ, ਮਿਕਸ ਪ੍ਰਸ਼ਨ ਲੈ ਕੇ ਆਇਆ ਕਰਾਂਗੇ। ਤੁਹਾਡੀ ਬਹੁਤ ਵਧੀਆ ਤਰੀਕੇ ਨਾਲ ਤਿਆਰੀ ਹੋ ਰਹੀ ਆ। ਸੋ ਜੁੜੇ ਰਹੋ ਚੈਨਲ ਦੇ ਨਾਲ, ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਸ਼ੁਰੂ ਕਰ ਲਈਏ। ਪਹਿਲਾ ਪ੍ਰਸ਼ਨ, ਪਦਮਨੀ ਦੀ ਕਥਾ ਦਾ ਵਰਣਨ ਮਿਲਦਾ ਹੈ। ਸੋ ਪਦਮਨੀ ਦੀ ਕਥਾ ਦਾ ਵਰਣਨ ਕਿਹੜੀ ਕਿਤਾਬ ਦੇ ਵਿੱਚ ਮਿਲਦਾ ਹੈ? ਕਿਤਾਬਾਂ ਦੇ ਨਾਮ ਨੇ ਪ੍ਰਿਥਵੀ ਰਾਜ ਰਾਸੋ, ਪਦਮਾਵਤ, ਚਚਨਾਮਾ, ਫਤਵਾ ਏ ਜਹਾਂਦਰੀ। ਸੋ ਦੋਸਤੋ ਦੇਖੋ, ਪ੍ਰਿਥਵੀ ਰਾਜ ਰਾਸੋ ਲਿਖੀ ਹੋਈ ਹੈ ਚੰਦ ਬਰਦਈ ਦੀ, ਚੰਦ ਬਰਦਈ। ਇਹਦੇ ਵਿੱਚ ਨਹੀਂ ਮਿਲਦਾ ਇਹ ਪਦਮਨੀ ਦੀ ਕਥਾ ਦਾ ਵਰਣਨ। ਇਹ ਪ੍ਰਿਥਵੀ ਰਾਜ ਚੌਹਾਨ ਦੇ ਜੀਵਨ ਦੇ ਬਾਰੇ ਲਿਖੀ ਸੀ ਚੰਦ ਬਰਦਈ ਨੇ। ਪਦਮਾਵਤ ਦੇ ਵਿੱਚ ਇਹ ਵਰਣਨ ਮਿਲਦਾ। ਆਪਸ਼ਨ ਨੰਬਰ 2 ਦੇ ਨਾਲ ਜਾਵਾਂਗੇ ਆਪਾਂ। ਪਦਮਾਵਤ ਜਿਹੜੀ ਕਿਤਾਬ ਹੈ ਉਹ ਲਿਖੀ ਹੋਈ ਹੈ ਮਲਕ ਮੁਹੰਮਦ ਜੈਸੀ। ਨੋਟ ਕਰ ਲਿਓ, ਮਲਿਕ ਮੁਹੰਮਦ ਜੈਸੀ, ਇਹਨੇ ਕਿਤਾਬ ਲਿਖੀ ਹੋਈ ਹੈ ਇਹ। ਇਹਦੇ ਵਿੱਚ ਇਹਦਾ ਵਰਣਨ ਮਿਲਦਾ ਹੈ ਪਦਮਨੀ ਦਾ। ਸੋ ਚਚਨਾਮਾ ਪੁਸਤਕ ਦੇ ਬਾਰੇ ਆਪਾਂ ਤੁਹਾਨੂੰ ਬਹੁਤ ਡਿਟੇਲ 'ਚ ਪੜ੍ਹਾਇਆ ਹੋਇਆ। ਇਹ 712 ਦੇ ਵਿੱਚ ਜਦੋਂ ਮੁਹੰਮਦ ਬਿਨ ਕਾਸ਼ਮ ਨੇ ਭਾਰਤ 'ਤੇ ਹਮਲਾ ਕੀਤਾ ਉਦੋਂ ਦੀ ਪੁਸਤਕ ਹੈਗੀ। ਫਤਵਾ ਏ ਜਹਾਂਦਰੀ ਦੇਖੋ ਬਰਨੀ ਦੀ ਲਿਖੀ ਹੋਈ ਆ। ਫਿਰੋਜ਼ ਸ਼ਾਹ ਤੁਗਲਕ ਦਾ ਦਰਬਾਰੀ ਕਵੀ ਸੀ ਵਰਨੀ, ਜਿਹਨੇ ਬਹੁਤ ਜ਼ਿਆਦਾ ਬਾਦਸ਼ਾਹਾਂ ਦਾ ਮਤਲਬ ਕੀ ਸੀ, ਰਾਜ ਦੇਖਿਆ ਸੀਗਾ। ਬਰਨੀ ਉਹ ਬੰਦਾ ਸੀ। ਸੋ ਪ੍ਰਸ਼ਨ ਦੇ ਅਨੁਸਾਰ ਆਪਸ਼ਨ ਨੰਬਰ 2 ਸਹੀ ਹੈ ਜੀ। 2 ਨੰਬਰ ਪ੍ਰਸ਼ਨ, ਕੁਤਬਦੀਨ ਐਬਕ ਦੀ ਰਾਜਧਾਨੀ ਸੀ। ਕੁਤਬਦੀਨ ਐਬਕ ਕੌਣ ਸੀ? ਮੁਹੰਮਦ ਗੌਰੀ ਦਾ ਮਤਲਬ ਸੀ ਗੁਲਾਮ ਸੀਗਾ। ਮੁਹੰਮਦ ਗੌਰੀ ਦਾ ਗੁਲਾਮ ਰਿਹਾ ਕੁਤਬਦੀਨ ਐਬਕ। ਕੁਤਬਦੀਨ ਐਬਕ ਦੀ ਰਾਜਧਾਨੀ ਪੁੱਛਿਆ, ਦਿੱਲੀ, ਆਗਰਾ, ਲਾਹੌਰ ਜਾਂ ਮੁਲਤਾਨ। ਸੋ ਇਹ ਸੀ ਜੀ ਲਾਹੌਰ ਦੇ ਵਿੱਚ ਸੀ ਇਹਦੀ ਰਾਜਧਾਨੀ। ਦਿੱਲੀ ਨੂੰ ਇਹਨੂੰ ਰਾਜਧਾਨੀ ਨਹੀਂ ਬਣਾਇਆ। ਕਾਰਨ ਕੀ ਸੀ? ਜਦੋਂ ਮੁਹੰਮਦ ਗੌਰੀ ਦੀ ਡੈਥ ਹੋ ਗਈ ਤਾਂ ਉਹਦੇ ਸਾਰੇ ਜਿਹੜੇ ਗੁਲਾਮ ਸੀ ਉਹ ਆਪਣਾ ਰਾਜ ਸਥਾਪਿਤ ਕਰਨ ਦੇ ਲਈ ਜੱਦੋ-ਜਹਿਦ ਕਰਨ ਲੱਗੇ। ਤਾਂ ਕੁਤਬਦੀਨ ਐਬਕ ਨੂੰ ਮਤਲਬ ਬਾਦਸ਼ਾਹ ਬਣਾਇਆ ਗਿਆ, ਪਰ ਉਹ ਆਪਣੇ ਨਾਲ ਦੇ ਸਾਥੀਆਂ ਤੋਂ ਡਰਦਾ ਦਿੱਲੀ 'ਤੇ ਨਹੀਂ ਪਹੁੰਚ ਸਕਿਆ। ਉਹਨੇ ਆਪਣੀ ਰਾਜਧਾਨੀ ਮਤਲਬ ਇਸੇ ਨੂੰ ਹੀ ਬਣਾਇਆ ਸੀ, ਲਾਹੌਰ ਨੂੰ। ਸੋ ਉਸ ਤੋਂ ਬਾਅਦ ਜਦੋਂ ਕੁਤਬਦੀਨ ਐਬਕ ਦਾ ਜਵਾਈ ਜਾਂ ਉਹਦਾ ਗੁਲਾਮ ਕਹਿ ਲਓ ਇਲਤੁਤਮਿਸ ਬਾਦਸ਼ਾਹ ਬਣਦਾ ਹੈ, ਤਾਂ ਫਿਰ ਜਾ ਕੇ ਉਹ ਜਲਦੌਦ ਨੂੰ ਆਪਣੇ ਨਾਲ ਵਾਲੇ ਗੁਲਾਮ ਨੂੰ ਹਰਾਉਂਦਾ ਹੈਗਾ। ਫਿਰ ਦਿੱਲੀ 'ਤੇ ਜਾ ਕੇ ਅਧਿਕਾਰ ਕਰਦਾ ਹੈ। ਵਾਸਤਵਿਕ ਜਿਹੜਾ ਹੈਗਾ ਸੀਗਾ ਸੰਸਥਾਪਕ ਦਿੱਲੀ ਵੰਸ਼ ਦਾ, ਦਿੱਲੀ ਸਲਤਨਤ ਦਾ, ਉਹ ਇਲਤੁਤਮਿਸ ਨੂੰ ਮੰਨਿਆ ਜਾਂਦਾ। ਸੋ ਆਪਸ਼ਨ ਨੰਬਰ 3 ਸਹੀ ਸੀ ਜੀ। 3 ਨੰਬਰ ਪ੍ਰਸ਼ਨ, ਕਿਸ ਸੁਲਤਾਨ ਦੇ ਸਮੇਂ ਰਾਜਧਾਨੀ ਦਿੱਲੀ ਤੋਂ ਆਗਰਾ ਵਿੱਚ ਬਦਲ ਗਈ? ਸੋ ਕਿਹੜਾ ਸੁਲਤਾਨ ਸੀ ਜਦੋਂ ਰਾਜਧਾਨੀ ਪਹਿਲਾਂ ਦਿੱਲੀ ਹੁੰਦੀ ਸੀ ਫਿਰ ਆਗਰਾ ਦੇ ਵਿੱਚ ਬਦਲ ਗਈ? ਮੁਹੰਮਦ ਬਿਨ ਤੁਗਲਕ, ਸਿਕੰਦਰ ਲੋਧੀ, ਅਲਾਦੀਨ ਖਿਲਜੀ, ਕੁਤਬਦੀਨ ਐਬਕ। ਇਹ ਸੀ ਜੀ ਸਿਕੰਦਰ ਲੋਧੀ। ਆਪਸ਼ਨ ਨੰਬਰ 2 ਸਹੀ ਆ। ਇਹ ਸੁਲਤਾਨ ਸੀਗਾ ਜਿਹਨੇ ਪਹਿਲਾਂ ਤਾਂ ਆਗਰਾ ਸ਼ਹਿਰ ਨੂੰ ਵਸਾਇਆ ਸੀ। ਆਗਰਾ ਸ਼ਹਿਰ ਨੂੰ ਵਸਾ ਲਿਆ ਇਹਨੇ ਸਿਕੰਦਰ ਲੋਧੀ ਨੇ। ਜਦੋਂ ਆਗਰਾ ਸ਼ਹਿਰ ਵਸਾ ਲਿਆ ਤਾਂ ਉਸ ਤੋਂ ਬਾਅਦ ਇਹਨੇ 1506 ਦੇ ਵਿੱਚ ਆਗਰਾ ਨੂੰ ਹੀ ਆਪਣੀ ਰਾਜਧਾਨੀ ਬਣਾ ਲਿਆ ਸੀਗਾ। ਸੋ ਇਹਨੇ ਇੱਕ ਮਤਲਬ ਪੈਮਾਨਾ ਵੀ ਜਾਰੀ ਕੀਤਾ ਸੀ। ਇਹ ਬੰਦੇ ਦਾ ਮਸ਼ਹੂਰ ਗੱਲ ਹੈਗੀ ਗਾਜੇ ਸਿਕੰਦਰੀ, ਕੋਈ ਭੂਮੀ ਨੂੰ ਮਿਲਣ ਵਾਲਾ ਪੈਮਾਨਾ ਇਹਨੇ ਬਣਾਇਆ ਸੀ। ਗਾਜੇ ਸਿਕੰਦਰੀ ਉਹਦਾ ਨਾਂ ਸੀਗਾ। ਲੋਧੀ ਵੰਸ਼ ਦਾ ਮਹੱਤਵਪੂਰਨ ਸ਼ਾਸਕ ਮੰਨਿਆ ਜਾਂਦਾ। ਪ੍ਰਸ਼ਨ ਇਹ ਵੀ ਆ ਜਾਂਦਾ ਵੀ ਲੋਧੀ ਵੰਸ਼ ਦਾ ਵਧੀਆ ਜਾਂ ਮਹੱਤਵਪੂਰਨ ਸ਼ਾਸਕ ਕੌਣ ਸੀ? ਸਿਕੰਦਰ ਲੋਧੀ ਸੀ, ਜਿਹਨੇ ਆਗਰਾ ਸ਼ਹਿਰ ਵਸਾਇਆ। 1506 ਦੇ ਵਿੱਚ ਉਹਨੂੰ ਆਪਣੀ ਰਾਜਧਾਨੀ ਬਣਾਇਆ, ਦਿੱਲੀ ਨੂੰ ਬਦਲ ਕੇ। ਗਾਜੇ ਪੈਮਾਨਾ ਨਾਂ ਦਾ ਗਾਜੇ ਸਿਕੰਦਰੀ ਨਾਂ ਦਾ ਇੱਕ ਪੈਮਾਨਾ ਤਿਆਰ ਕਰਵਾਇਆ ਸੀ। 4 ਨੰਬਰ ਪ੍ਰਸ਼ਨ ਜੀ,
ਸਲਤਨਤ ਕਾਲ ਦੇ ਸ਼ਾਸਕਾਂ ਵਿੱਚੋਂ ਸਭ ਤੋਂ ਜ਼ਿਆਦਾ ਸਮੇਂ ਤੱਕ ਸ਼ਾਸਨ ਕਰਨ ਵਾਲਾ ਸੁਲਤਾਨ ਕਿਹੜਾ ਸੀ? ਸੋ ਦਿੱਲੀ ਸਲਤਨਤ ਦੀ ਗੱਲ ਹੋ ਰਹੀ ਹੈ। ਦਿੱਲੀ ਸਲਤਨਤ ਦਾ ਜਿੰਨਾ ਸਮਾਂ ਚੱਲਿਆ ਉਹਦੇ ਵਿੱਚ ਸਭ ਤੋਂ ਵੱਧ ਸ਼ਾਸਨ ਕਰਨ ਵਾਲਾ, ਵੱਧ ਸਮੇਂ ਤੱਕ ਸ਼ਾਸਨ ਕਰਨ ਵਾਲਾ ਕਿਹੜਾ ਸੀਗਾ? ਇਲਤੁਤਮਿਸ਼ ਸੀ, ਬਲਬਨ ਸੀ, ਔਲਾਦੀਨ ਖਿਲਜੀ ਸੀ ਜਾਂ ਫਿਰੋਜ਼ ਸ਼ਾਹ ਤੁਗਲਕ ਸੀ? ਸੋ ਇਹੀ ਸੀਗਾ ਜੀ ਫਿਰੋਜ਼ ਸ਼ਾਹ ਤੁਗਲਕ। ਬੜਾ ਘੈਂਟ ਬੰਦਾ ਸੀ। ਇਹਨੇ ਬਹੁਤ ਸਾਰੇ ਨਗਰ ਬਣਾਏ ਸੀ ਨਵੇਂ, ਬਹੁਤ ਸਾਰੀਆਂ ਇਹਨੇ ਨਹਿਰਾਂ ਬਣਾਈਆਂ ਸੀਗੀਆਂ। ਨਹਿਰਾਂ ਦੀ ਖੁਦਾਈ ਵਾਸਤੇ ਇਹਨੂੰ ਮਤਲਬ ਬੜਾ ਮਹਾਨ ਮੰਨਿਆ ਜਾਂਦਾ। ਬਹੁਤ ਸਾਰੀਆਂ ਨਹਿਰਾਂ ਬਣਾਈਆਂ ਸੀ। ਤਾਂ ਇਹਨੇ ਨਾ ਸਾਰੇ ਕਰ ਸਮਾਪਤ ਕਰਕੇ ਸਿਰਫ 4 ਮਤਲਬ ਟੈਕਸ ਹੀ ਰੱਖੇ ਸੀ। 4 ਟੈਕਸ, ਇੱਕ ਤਾਂ ਜਜ਼ੀਆ, ਇੱਕ ਜ਼ਕਾਤ, ਇੱਕ ਖਰਾਜ ਅਤੇ ਖਮਸ। ਇਹ 4 ਰੱਖੇ ਸੀਗੇ। ਥੋੜ੍ਹਾ ਜਿਹਾ ਡਿਟੇਲ 'ਚ ਦੱਸ ਦਿੰਦੇ ਹਾਂ। ਜਜ਼ੀਆ ਕਰ ਕੀ ਸੀ? ਜਿਹੜਾ ਗੈਰ ਮੁਸਲਿਮ ਲੋਕਾਂ ਤੋਂ ਲਿਆ ਜਾਂਦਾ ਸੀ। ਜਿਹੜੇ ਲੋਕ ਮੁਸਲਮਾਨ ਨਹੀਂ ਹੁੰਦੇ ਸੀ ਰਾਜ ਦੇ ਵਿੱਚ, ਉਹਨਾਂ ਤੋਂ ਜਜ਼ੀਆ ਕਰ ਲਿਆ ਜਾਂਦਾ ਸੀ। ਇੱਕ ਹੁੰਦਾ ਸੀ ਜ਼ਕਾਤ, ਜਿਹੜਾ ਮੁਸਲਮਾਨ ਲੋਕਾਂ ਤੋਂ ਲਿਆ ਜਾਂਦਾ ਸੀ ਸਪੈਸ਼ਲੀ। ਇੱਕ ਹੁੰਦਾ ਸੀ ਖਰਾਜ, ਭੂਮੀ ਕਰ, ਮਤਲਬ ਜਿਹੜੀ ਭੂਮੀ ਵਾਹੀਯੋਗ ਸੀ ਉਹਦਾ ਟੈਕਸ ਲਿਆ ਜਾਂਦਾ ਸੀ। ਇੱਕ ਹੁੰਦਾ ਸੀ ਖਮਸ, ਜਦੋਂ ਕਿਤੇ ਯੁੱਧ ਲੱਗਦਾ ਸੀ, ਉਹ ਯੁੱਧ ਦੇ ਵਿੱਚੋਂ ਜਦੋਂ ਸਿਪਾਹੀ ਲੋਕ ਜਾਂ ਕੋਈ ਵੀ ਲੁੱਟ ਲਿਆਉਂਦੇ ਸੀ ਧਨ ਨੂੰ, ਉਹ ਧਨ ਦੇ ਉੱਤੇ ਟੈਕਸ ਲੱਗਦਾ ਸੀ, ਉਹਨੂੰ ਹੁੰਦਾ ਸੀ ਖਮਸ ਟੈਕਸ। ਇਹ 4 ਟੈਕਸ ਹੀ ਇਹਨੇ ਸ਼ੁਰੂ ਕੀਤੇ ਸੀ ਫਿਰੋਜ਼ ਸ਼ਾਹ ਤੁਗਲਕ ਨੇ। ਬਹੁਤ ਮਹਾਨ ਬੰਦਾ ਰਿਹਾ। ਦਿੱਲੀ ਸਲਤਨਤ ਦਾ ਸਭ ਤੋਂ ਵੱਧ ਸਮੇਂ ਤੱਕ ਸ਼ਾਸਨ ਕਰਨ ਵਾਲਾ ਇਹ ਬੰਦਾ ਸੀ। ਇਹਦਾ ਜਿਹੜਾ ਹੈਗਾ ਸੀ ਰਾਜ 1351 ਤੋਂ ਲੈ ਕੇ 1388 ਤੱਕ ਰਿਹਾ ਜੀ, ਇੰਨਾ ਸਮਾਂ ਰਿਹਾ ਇਹਦਾ। ਇਹਨੇ 2 ਕਰ ਲਾਏ ਸੀਗੇ ਸਿੰਚਾਈ ਕਰ। ਸਿੰਚਾਈ ਕਰ ਸੀ ਇੱਕ ਤਾਂ ਹਾਕੇ ਸਰਬ, ਹਾ ਬੇਸਰਬ। ਸੋ 4 ਕਰ ਇਹਨੇ ਬਾਕੀ ਰੱਖਤੇ ਸੀਗੇ, ਹੋਰ ਸਾਰੇ ਕਰ ਅਸੀਂ ਸਮਾਪਤ ਕਰਤੇ ਸੀ। ਅਗਲਾ ਪ੍ਰਸ਼ਨ ਦੇਖਦੇ ਹਾਂ 5 ਨੰਬਰ। ਬਲਬਨ ਦੇ ਬਾਅਦ ਦਿੱਲੀ ਦੀ ਗੱਦੀ 'ਤੇ ਕੌਣ ਬੈਠਿਆ? ਆਰਾਮ ਸ਼ਾਹ ਬੈਠਿਆ, ਕੈ ਖੁਸਰੋ ਬੈਠਿਆ, ਰਜ਼ੀਆ ਜਾਂ ਕੈਕੂਬਾਦ? ਬਲਬਨ ਦੀ ਜਦੋਂ ਡੈਥ ਹੋ ਗਈ ਤਾਂ ਕੈ ਖੁਸਰੋ ਨੂੰ ਮਤਲਬ ਗੱਦੀ 'ਤੇ ਬਿਠਾਇਆ ਸੀ ਜੀ। ਆਪਸ਼ਨ ਨੰਬਰ 2 ਸਹੀ ਆ। ਇਹ ਬਲਬਨ ਦੇ ਭਰਾ ਦਾ ਬੇਟਾ ਸੀ ਕੈ ਖੁਸਰੋ। ਉਹਨੂੰ ਇਹ ਦਿੱਲੀ ਦੀ ਸਲਤਨਤ ਸਾਰੀ ਮਤਲਬ ਸੰਭਾਲ ਦਿੱਤੀ ਸੀਗੀ ਜਦੋਂ ਬਲਬਨ ਦੀ ਡੈਥ ਹੋ ਗਈ। ਪਰ ਕਈ ਕਾਰਨ ਇਹੋ ਜਿਹੇ ਰਹੇ ਵੀ ਫਿਰ ਇਹਦਾ ਨਾ ਉਹ ਹੁੰਦਾ ਸੀ ਜਲਾਲੂਬਾਦ ਸੀ, ਜਲਾਲੂਦੀਨ ਸੀ ਜਿਹੜਾ ਖਿਲਜੀ ਵੰਸ਼ ਦਾ ਸੰਸਥਾਪਕ, ਉਹ ਇਹਦਾ ਸੈਨਾਪਤੀ ਹੁੰਦਾ ਸੀ। ਤਾਂ ਜਦੋਂ ਇਹਨੂੰ ਲਕਵਾ ਮਾਰ ਗਿਆ, ਮਤਲਬ ਇਹਨੂੰ ਬਿਮਾਰੀ ਹੋ ਗਈ ਕੈ ਖੁਸਰੋ ਨੂੰ, ਤਾਂ ਫਿਰ ਉਹਦੀ ਥਾਂ 'ਤੇ ਕਮਿਊਰਸ ਨੂੰ ਗੱਦੀ 'ਤੇ ਬਿਠਾਇਆ। ਅਤੇ ਕਮਿਊਰਸ ਸੀ ਜਿਹੜਾ, ਉਹਨੂੰ ਜਲਾਲੂਦੀਨ ਖਿਲਜੀ ਨੇ ਕਤਲ ਕਰ ਦਿੱਤਾ ਅਤੇ ਆਪ ਜਲਾਲੂਦੀਨ ਖਿਲਜੀ ਨੇ ਆਪਣੇ ਖਿਲਜੀ ਵੰਸ਼ ਦੀ ਸਥਾਪਨਾ ਕੀਤੀ। ਆਪਸ਼ਨ ਨੰਬਰ 2 ਸਹੀ ਸੀ ਜੀ ਪ੍ਰਸ਼ਨ ਦਾ। 6 ਨੰਬਰ ਪ੍ਰਸ਼ਨ ਜੀ। ਉਸ ਇਤਿਹਾਸਕਾਰ ਦਾ ਨਾਂ ਦੱਸੋ ਜਿਸ ਨੇ ਦਿੱਲੀ ਦੇ 8 ਸੁਲਤਾਨਾਂ ਦਾ ਕਾਲ ਦੇਖਿਆ? ਅਮੀਰ ਖੁਸਰੋ, ਜਲਾਲੂਦੀਨ ਬਰਨੀ, ਮਹਿਹਾਜ਼ ਉਸਨ ਸਿਰਾਜ, ਅਬੁਲ ਫਜ਼ਲ। ਸੋ ਦੇਖੋ ਇਹ ਸੀ ਜੀ ਬਰਨੀ, ਜਿਹਨੇ ਸਭ ਤੋਂ ਵੱਧ ਮਤਲਬ ਸੁਲਤਾਨਾਂ ਦਾ ਰਾਜ ਦੇਖਿਆ। 8 ਸੁਲਤਾਨਾਂ ਦਾ ਰਾਜ ਦੇਖਿਆ ਇਹਨੇ। ਇਹ ਕਵੀ ਸੀਗਾ ਜੀ, ਫਿਰੋਜ਼ ਸ਼ਾਹ ਤੁਗਲਕ ਦੇ ਦਰਬਾਰ ਦੇ ਵਿੱਚ ਇੱਕ ਮਹਾਨ ਕਵੀ ਦੀ ਤੌਰ 'ਤੇ ਰਿਹਾ। ਤਰੀਖ-ਏ ਫਿਰੋਜ਼ ਸ਼ਾਹੀ, ਫਤਵਾ-ਏ ਜਹਾਂਦਰੀ, ਇਹ 2 ਪੁਸਤਕਾਂ ਲਿਖੀਆਂ ਸੀ ਇਹਨੇ। ਤਰੀਖ-ਏ ਫਿਰੋਜ਼ ਸ਼ਾਹੀ, ਫਤਵਾ-ਏ ਜਹਾਂਦਰੀ। ਅਬੁਲ ਫਜ਼ਲ ਤੁਸੀਂ ਜਾਣਦੇ ਹੋ, ਅਕਬਰ ਦੇ 9 ਰਤਨਾਂ ਦੇ ਵਿੱਚੋਂ ਇੱਕ ਸੀਗਾ। 7 ਨੰਬਰ ਪ੍ਰਸ਼ਨ। ਦਿੱਲੀ ਸਲਤਨਤ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਸ਼ਾਸਨ ਕਰਨ ਵਾਲੇ ਵੰਸ਼ ਦਾ ਨਾਂ ਦੱਸੋ? ਦਿੱਲੀ ਸਲਤਨਤ ਦੇ ਵਿੱਚ ਜਿਹੜੇ ਵੰਸ਼ ਆਏ ਸੀ ਉਹਦੇ ਵਿੱਚੋਂ ਸਭ ਤੋਂ ਵੱਧ ਲੰਬੇ ਸਮੇਂ ਤੱਕ ਸ਼ਾਸਨ ਕਿਹਨੇ ਕੀਤਾ? ਦਾਸ ਵੰਸ਼ ਨੇ, ਤੁਗਲਕ ਵੰਸ਼ ਨੇ, ਖਿਲਜੀ ਵੰਸ਼ ਨੇ ਜਾਂ ਲੋਧੀ ਵੰਸ਼ ਨੇ? ਸੋ ਇਹ ਕੀਤਾ ਸੀਗਾ ਜੀ ਤੁਗਲਕ ਵੰਸ਼ ਨੇ। ਆਪਸ਼ਨ ਨੰਬਰ 2 ਸਹੀ ਆ ਜੀ। ਗਿਆਸੂਦੀਨ ਤੁਗਲਕ ਆਇਆ ਸੀ ਦੇਖੋ, ਫਿਰ ਮੁਹੰਮਦ ਬਿਨ ਤੁਗਲਕ ਆ ਗਿਆ, ਫਿਰ ਫਿਰੋਜ਼ ਸ਼ਾਹ ਤੁਗਲਕ ਆ ਗਿਆ। ਇਹਨਾਂ ਬੰਦਿਆਂ ਨੇ ਮਤਲਬ ਲੰਬੇ ਸਮੇਂ ਤੱਕ ਸ਼ਾਸਨ ਕੀਤਾ ਸੀ ਦਿੱਲੀ ਸਲਤਨਤ ਦੇ ਵਿੱਚ। 8 ਨੰਬਰ ਪ੍ਰਸ਼ਨ ਜੀ। ਮੁਹੰਮਦ ਬਿਨ ਤੁਗਲਕ ਵਿੱਚ ਪਾਗਲਪਨ ਦਾ ਕੁਝ ਅੰਸ਼ ਸੀ, ਸ਼ਬਦ ਕਿਸਨੇ ਕਹੇ? ਮੁਹੰਮਦ ਬਿਨ ਤੁਗਲਕ ਨੂੰ ਪੜ੍ਹਿਆ ਲਿਖਿਆ ਮੂਰਖ ਬਾਦਸ਼ਾਹ ਬੋਲਿਆ ਜਾਂਦਾ ਸੀ। ਕਿਉਂ ਬੋਲਿਆ ਜਾਂਦਾ ਸੀ? ਕਿਉਂਕਿ ਇਹਨੇ ਕਈ ਕੰਮ ਅਜਿਹੇ ਕਰਤੇ ਜਿਹਦਾ ਕੋਈ ਸਿੱਟਾ ਸੀ ਜਿਹੜਾ ਉਹ ਵਧੀਆ ਨਹੀਂ ਨਿਕਲਿਆ। ਇੱਕ ਤਾਂ ਇਹਨੇ ਆਪਣੀ ਰਾਜਧਾਨੀ ਨੂੰ ਬਦਲ ਲਿਆ ਸੀ, ਤਾਂ ਇੱਕ ਇਹਨੇ ਆਪਣੀ ਜਿਹੜੀ ਕਰੰਸੀ ਸੀ ਉਹ ਚੇਂਜ ਕਰਤੀ ਸੀ। ਇਹਨਾਂ ਨਾਲ ਇਹਨੂੰ ਨੁਕਸਾਨ ਹੋਇਆ ਸੀ। ਪੜ੍ਹਿਆ ਲਿਖਿਆ ਵਿਦਵਾਨ ਬੰਦਾ ਜ਼ਰੂਰ ਸੀ, ਪਰ ਇਹ ਆਪਦੇ ਕੰਮਾਂ ਕਰਕੇ ਮੂਰਖ ਮੰਨਿਆ ਗਿਆ। ਇਹਨੂੰ ਪਾਗਲਪਨ ਦਾ ਕੁਝ ਅੰਸ਼ ਸੀ। ਇਹ ਸ਼ਬਦ ਕਿਹਨੇ ਕਹੇ? ਪ੍ਰਸ਼ਨ ਇਹ ਪੁੱਛਿਆ ਗਿਆ। ਸੋ ਕਿਹੜੀ ਆਪਸ਼ਨ ਸਹੀ ਹੈ ਜੀ? ਆਪਸ਼ਨ ਨੰਬਰ 3 ਸਹੀ ਹੈ।
ਐਲਫਿਨਸਟਨ ਨੇ ਕਹੇ ਸੀਗੇ। ਆਪਸ਼ਨ ਨੰਬਰ 3 ਸਹੀ ਹੈ ਜੀ। 9 ਨੰਬਰ ਪ੍ਰਸ਼ਨ, ਸਲਤਨਤ ਕਾਲ ਵਿੱਚ ਹਾ ਬੇਸਰਬ ਕੀ ਸੀ? ਆਪਾਂ ਪਹਿਲਾਂ ਹੁਣੇ ਕਰਵਾ ਕੇ ਹਟਿਆ, ਮੈਂ ਤੁਹਾਨੂੰ ਹੁਣੇ ਨੋਟ ਕਰਾਇਆ ਵੀ ਇਹ ਕਰ ਸ਼ੁਰੂ ਕੀਤਾ ਸੀ ਫਿਰੋਜ਼ ਸ਼ਾਹ ਤੁਗਲਕ ਨੇ। ਫਿਰੋਜ਼ ਸ਼ਾਹ ਤੁਗਲਕ ਨੇ ਕੰਮ ਕੀਤੇ ਸੀ ਪਾਣੀ ਦੇ ਨਾਲ, ਨਹਿਰਾਂ ਦੇ ਨਾਲ ਸੰਬੰਧਿਤ, ਵੱਧ ਸਿੰਚਾਈ ਦੇ ਨਾਲ ਸੰਬੰਧਿਤ। ਸੋ ਇਹ ਸਿੰਚਾਈ ਕਰ ਸੀ ਜੀ। ਆਪਸ਼ਨ ਨੰਬਰ 2 ਸਹੀ ਆ। 9 ਨੰਬਰ ਪ੍ਰਸ਼ਨ ਦਾ 2 ਨੰਬਰ ਆਪਸ਼ਨ ਸਹੀ ਆ ਜੀ। ਥੋੜ੍ਹੀ ਮੇਰੀ ਨਾ ਆਵਾਜ਼ ਖਰਾਬ ਅੱਜ, ਸੌਰੀ। ਸੋ ਸਮਾਂ ਹੀ ਇਹੋ ਜਿਹਾ ਆ ਜਾਂਦਾ ਹੁਣ, ਇਹ ਥੋੜ੍ਹਾ ਜਿਹਾ ਆਵਾਜ਼ ਗਲਾ ਖਰਾਬ ਹੋ ਜਾਂਦਾ। ਸੋ 2 ਨੰਬਰ ਆਪਸ਼ਨ ਸਹੀ ਆ ਜੀ। ਸਿੰਚਾਈ ਕਰ ਇਹਨੇ ਸ਼ੁਰੂ ਕੀਤਾ ਸੀ ਫਿਰੋਜ਼ ਸ਼ਾਹ ਤੁਗਲਕ ਨੇ। ਇੱਕ ਇਹਦੇ ਨਾਲ ਹੀ ਸੀ ਹੱਕ ਏ ਸਰਬ, ਹੱਕ ਏ ਸਰਬ, 2 ਕਰ ਸ਼ੁਰੂ ਕੀਤੇ ਸੀ ਸਿੰਚਾਈ ਕਰ। 10 ਨੰਬਰ ਪ੍ਰਸ਼ਨ ਜੀ, ਸਲਤਨਤ ਕਾਲ ਦੇ ਪ੍ਰਸ਼ਾਸਨ ਵਿੱਚ ਵਰੀ ਦੇ ਮਮਾਲਕ ਕੌਣ ਸੀ? ਸਲਤਨਤ ਕਾਲ ਦੇ ਵਿੱਚ ਪ੍ਰਸ਼ਾਸਨ ਦੇ ਵਿੱਚ ਇੱਕ ਅਹੁਦੇਦਾਰ ਹੁੰਦਾ ਸੀ, ਉਹਦਾ ਨਾਂ, ਉਹਨੂੰ ਕਿਹਾ ਜਾਂਦਾ ਸੀ, ਉਹ ਅਹੁਦੇ ਦਾ ਨਾਂ ਹੁੰਦਾ ਸੀ ਵਰੀ ਦੇ ਮਮਾਲਿਕ। ਉਹ ਕੌਣ, ਕਿਹਦੇ ਨਾਲ ਸੰਬੰਧਿਤ ਹੁੰਦਾ ਸੀ? ਉਹ ਉਹਦਾ ਗੁਪਤਚਰ ਵਿਭਾਗ ਦਾ ਅਧਿਕਾਰੀ, ਸੈਨਾ ਦਾ ਪ੍ਰਮੁੱਖ, ਪ੍ਰਾਂਤ ਮੁਖੀ ਜਾਂ ਪਿੰਡ ਦਾ ਮੁਖੀਆ। ਸੋ ਇਹ ਹੁੰਦਾ ਸੀ ਜੀ ਗੁਪਤਚਰ ਵਿਭਾਗ ਦਾ ਮੁੱਖ ਅਧਿਕਾਰੀ ਹੁੰਦਾ ਸੀ। ਆਪਸ਼ਨ ਨੰਬਰ 1 ਸਹੀ ਹੈ। ਮੰਨ ਲਓ ਜਿਹੜਾ ਗੁਪਤਚਰ ਵਿਭਾਗ ਦਾ ਮੁੱਖ ਅਧਿਕਾਰੀ ਹੁੰਦਾ ਸੀ, ਉਸ ਅਹੁਦੇ ਦਾ ਨਾਂ ਸੀਗਾ ਜੀ ਵਰੀ ਦੇ ਮਮਾਲਿਕ। ਪ੍ਰਸ਼ਾਸਨ ਦੇ ਨਾਲ ਇਹ ਸੰਬੰਧਿਤ ਹੋ ਗਿਆ। 11 ਨੰਬਰ ਪ੍ਰਸ਼ਨ ਜੀ, ਤੁਰਕ ਸੈਨਾਪਤੀ ਜਿਸ ਨੇ ਵਿਕਰਮਸ਼ਿਲਾ ਤੇ ਨਾਲੰਦਾ ਵਿਸ਼ਵਵਿਦਿਆਲਿਆਂ ਨੂੰ ਨਸ਼ਟ ਕੀਤਾ। ਵੈਰੀ ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਜੀ। ਪਹਿਲਾਂ ਤਾਂ ਦੇਖੋ, ਨਾਲੰਦਾ ਯੂਨੀਵਰਸਿਟੀ ਕਿਹਨੇ ਬਣਾਈ ਸੀ? ਇਹ ਤੁਹਾਨੂੰ ਦੱਸ ਦਈਏ, ਕੁਮਾਰ ਗੁਪਤ ਨੇ। ਕੁਮਾਰ ਗੁਪਤ ਨੇ ਇਹ ਨਾਲੰਦਾ ਯੂਨੀਵਰਸਿਟੀ ਬਣਾਈ ਸੀ। ਵਿਕਰਮਸ਼ਿਲਾ ਦੇ ਵਿੱਚ ਜਿਹੜਾ ਆਪਣਾ ਚਾਣਕਿਆ ਸੀ ਉਹ ਇੱਥੇ ਰਿਹਾ। ਚਾਣਕਿਆ ਮਤਲਬ ਇਹਦਾ ਆਚਾਰੀਆ ਸੀ ਮੇਨ, ਤੇ ਜਿਹਨੂੰ ਇਹਨੇ ਨਸ਼ਟ ਕੀਤਾ। ਇਹਨਾਂ ਦੋਨਾਂ ਯੂਨੀਵਰਸਿਟੀਆਂ ਨੂੰ ਅੱਗ ਲਾ ਦਿੱਤੀ ਸੀ। ਕਿਹੜੇ ਬੰਦੇ ਨੇ? ਕੁਤਬਦੀਨ ਐਬਕ, ਬਖਤਿਆਰ ਖਿਲਜੀ, ਬਲਬਨ ਜਾਂ ਇਲਤੁਤਮਿਸ਼। ਇਹ ਲਾਈ ਸੀ ਜੀ ਬਖਤਿਆਰ ਖਿਲਜੀ ਨੇ। ਮੁਹੰਮਦ ਗੌਰੀ ਦਾ ਗੁਲਾਮ ਸੀ ਇਹ ਵੀ, ਮੁਹੰਮਦ ਗੌਰੀ ਦਾ। ਜਦੋਂ ਮੁਹੰਮਦ ਗੌਰੀ ਜੰਗ ਲੜ ਰਿਹਾ ਸੀ ਤਾਂ ਇਹਨੂੰ ਬੰਗਾਲ ਤੇ ਬਿਹਾਰ ਦੇ ਵਿੱਚ ਭੇਜਿਆ ਗਿਆ ਵੀ ਉੱਥੋਂ ਦਾ ਜਿਹੜਾ ਹੈਗਾ ਪ੍ਰਸ਼ਾਸਨ ਹੈ ਉਹ ਸਾਂਭ। ਤਾਂ ਉੱਥੇ ਜਾ ਕੇ ਇਹਨੇ ਜਾਂਦੇ ਨੇ ਇਹ 2 ਯੂਨੀਵਰਸਿਟੀਆਂ ਨੂੰ ਅੱਗ ਲਾ ਦਿੱਤੀ ਸੀ। ਸੁਣਿਆ ਜਾਂਦਾ ਇਤਿਹਾਸ ਦੇ ਵਿੱਚ ਲਿਖਿਆ ਵੀ ਕਈ ਦਿਨ ਅੱਗ ਚੱਲਦੀ ਰਹੀ, ਇੰਨਾ ਮਤਲਬ ਭੈੜਾ ਉੱਥੇ ਜਿਹੜਾ ਸੀਗਾ ਦ੍ਰਿਸ਼ ਬਣ ਗਿਆ ਸੀ। ਇਹਦਾ ਨਾਂ ਬਹੁਤ ਵੱਡਾ ਹੈਗਾ, ਬਖਤਿਆਰ ਖਲਜੀ ਇਹਨੂੰ ਸ਼ਾਰਟ 'ਚ ਕਹਿ ਦਿੰਦੇ ਨੇ। ਅਖਤਿਆਰੁਦੀਨ ਬਖਤਿਆਰ ਇੱਦਾਂ ਜੇ ਬੋਲਿਆ ਜਾਂਦਾ, ਬਹੁਤ ਲੰਬਾ ਨਾਮ ਹੈ ਇਹਦਾ। 12 ਨੰਬਰ ਪ੍ਰਸ਼ਨ ਜੀ, ਇਬਨ ਬਤੂਤਾ ਯਾਤਰੀ ਕਿੱਥੋਂ ਦਾ ਸੀ? ਵੈਰੀ ਵੈਰੀ ਇੰਪੋਰਟੈਂਟ ਪ੍ਰਸ਼ਨ ਹੈਗਾ। ਇਬਨ ਬਤੂਤਾ ਕਿੱਥੋਂ ਦਾ ਯਾਤਰੀ ਸੀ? ਚੀਨ ਦਾ, ਮਿਸਰ ਦਾ, ਮੋਰੱਕੋ ਜਾਂ ਅਰਬ। ਸੋ ਇਹ ਮੋਰੱਕੋ ਦਾ ਸੀ ਜੀ। ਮੋਰੱਕੋ ਅਫਰੀਕਾ ਦੇ ਵਿੱਚੋਂ ਆਇਆ ਸੀ। ਮੋਰੱਕਾ ਦੇ ਵਿੱਚੋਂ 1333 ਤੋਂ ਲੈ ਕੇ 47 ਤੱਕ ਭਾਰਤ ਰਿਹਾ। ਸੋ 1342 ਦੇ ਵਿੱਚ ਇਹਨੂੰ ਰਾਜਦੂਤ ਬਣਾ ਕੇ ਚੀਨ ਭੇਜਿਆ ਗਿਆ। ਇਬਨ ਬਤੂਤਾ ਦੀ ਕਿਤਾਬ ਸੀ ਰੋਹੇਲਾ, ਇਹ ਧਿਆਨ 'ਚ ਰੱਖਿਓ, ਰੋਹੇਲਾ ਕਿਤਾਬ ਲਿਖੀ ਸੀ ਇਹਨੇ। ਬਾਜ਼ਾਰ ਵਿਵਸਥਾਵਾਂ ਨਾਲ ਕੌਣ ਸੰਬੰਧਿਤ ਸੀ? ਬਾਜ਼ਾਰ ਨੂੰ ਨਿਯੰਤਰਨ ਕਰਨ ਵਾਲਾ, ਬਾਜ਼ਾਰ ਨੂੰ ਕੰਟਰੋਲ ਕਰਨ ਵਾਲਾ ਕਿਹੜਾ ਬੰਦਾ ਸੀ? ਬਲਬਨ ਸੀ, ਜਲਾਲੂਦੀਨ ਖਿਲਜੀ ਸੀ, ਅਲਾਉਦੀਨ ਖਿਲਜੀ ਜਾਂ ਮਲਕ ਕਫੂਰ। ਦੇਖੋ ਇਹ ਸੀ ਜੀ ਅਲਾਉਦੀਨ ਖਿਲਜੀ। ਅਲਾਉਦੀਨ ਖਿਲਜੀ ਨੂੰ ਖਿਲਜੀ ਵੰਸ਼ ਦੇ ਵਿੱਚ ਮਹੱਤਵਪੂਰਨ ਸ਼ਾਸਕ ਮੰਨਿਆ ਜਾਂਦਾ ਜੀ। ਇਹਨੇ ਬਾਜ਼ਾਰ ਨੂੰ ਨਿਯੰਤਰਨ ਕੀਤਾ ਸੀ ਤੇ ਇਹ ਨਗਦ ਵੇਤਨ ਦਿੰਦਾ ਹੁੰਦਾ ਸੀ ਆਪਦੇ ਸਿਪਾਹੀਆਂ ਨੂੰ। ਇਹਨੇ 2 ਪ੍ਰਥਾਵਾਂ ਚਲਾਈਆਂ ਸੀ। ਇੱਕ ਤਾਂ ਹੁਲੀਆ ਲਿਖਦਾ ਸੀ ਇਹ ਬੰਦਾ ਵੀ, ਮਤਲਬ ਮੇਰੇ ਜਿਹੜੇ ਸੈਨਾ ਦੇ ਵਿੱਚ ਭਰਤੀ ਲੋਕ ਨੇ ਉਹਨਾਂ ਦਾ ਹੁਲੀਆ ਕਿਹੋ ਜਿਹਾ, ਹਰੇਕ ਦਾ ਹੁਲੀਆ ਲਿਖਿਆ ਜਾਂਦਾ ਸੀ। ਸੈਨਾ ਦੇ ਵਿੱਚ ਜਿੰਨੇ ਘੋੜੇ ਹੁੰਦੇ ਸੀ ਉਹਨਾਂ ਦਾ ਦਾਗ ਪ੍ਰਥਾ ਸੀਗੀ, ਉਹਨਾਂ 'ਤੇ ਦਾਗ ਲਾਇਆ ਜਾਂਦਾ ਸੀ। ਅਤੇ ਬਾਜ਼ਾਰ ਨੂੰ ਇਹਨੇ ਕੰਟਰੋਲ ਕੀਤਾ, ਮਹਿੰਗਾਈ ਜਾਂ ਹੋਰ ਸੀ ਜਿਹੜਾ ਸਿਸਟਮ ਬਣਾਇਆ ਇੱਕ ਬਕਾਇਦਾ। ਸੋ ਇਹ ਬੜਾ ਵਧੀਆ ਮੰਨਿਆ ਜਾਂਦਾ। ਇਹ ਬਾਜ਼ਾਰ ਵਿਵਸਥਾ ਨਾਲ ਕੰਟਰੋਲ ਕਰਨ ਵਾਲਾ ਸੰਬੰਧਿਤ ਇਹ ਅਲਾਉਦੀਨ ਖਿਲਜੀ ਸੀ। ਜਲਾਲੂਦੀਨ ਖਿਲਜੀ ਦਾ ਇਹ ਭਤੀਜਾ ਸੀਗਾ। ਮਲਕ ਕਫੂਰ ਇਹਦਾ ਸੈਨਾਪਤੀ ਸੀ ਜੀ। ਅਗਲਾ ਪ੍ਰਸ਼ਨ 14 ਨੰਬਰ, ਮੁਹੰਮਦ ਬਿਨ ਤੁਗਲਕ ਨੇ ਆਪਣੀ ਰਾਜਧਾਨੀ ਕਿਸ ਸ਼ਹਿਰ ਵਿੱਚ ਤਬਦੀਲ ਕੀਤੀ? ਇਹ ਉਹੀ ਬੰਦਾ ਆ ਗਿਆ ਮੁਹੰਮਦ ਬਿਨ ਤੁਗਲਕ ਜਿਹਨੂੰ ਪੜ੍ਹਿਆ ਲਿਖਿਆ ਮੂਰਖ ਬਾਦਸ਼ਾਹ ਬੋਲਿਆ ਜਾਂਦਾ ਹੈ। ਇਸੇ ਗੱਲ ਕਰਕੇ ਇਹਨੇ ਪੜ੍ਹਿਆ ਲਿਖਿਆ ਮੂਰਖ ਬਾਦਸ਼ਾਹ ਬੋਲਿਆ ਜਾਂਦਾ ਸੀ ਵੀ ਇਹਨੇ ਰਾਜਧਾਨੀ ਬਦਲ ਲਈ ਸੀ, ਜਿਹਦਾ ਕੋਈ ਜ਼ਿਆਦਾ ਹੀ ਫਾਇਦਾ ਨਹੀਂ ਹੋਇਆ। ਕਿਹੜੇ ਸ਼ਹਿਰ ਨੂੰ ਰਾਜਧਾਨੀ ਬਣਾਇਆ? ਦੇਵਗਿਰੀ ਨੂੰ। ਆਪਸ਼ਨ ਨੰਬਰ 2 ਸਹੀ ਹੈ ਜੀ।
15 ਨੰਬਰ ਪ੍ਰਸ਼ਨ ਜੀ ਅੱਜ ਦੇ ਵੀਡੀਓ ਲੈਕਚਰ ਦਾ ਆਖਰੀ ਪ੍ਰਸ਼ਨ ਹੈ। ਅਗਲੇ ਲੈਕਚਰ 31 ਨੰਬਰ ਲੈਕਚਰ ਆਊਗਾ ਆਪਣਾ ਮਾਡਰਨ ਹਿਸਟਰੀ ਦੇ ਨਾਲ ਸੰਬੰਧਿਤ। ਸੋ ਜੁੜੇ ਰਹੋ ਚੈਨਲ ਦੇ ਨਾਲ। ਜਿਹੜੇ ਦੋਸਤਾਂ ਨੇ ਨੋਟਸ ਪ੍ਰਾਪਤ ਕਰਨੇ ਨੇ, ਟਾਈਪ ਕੀਤੇ ਹੋਏ ਨੋਟਸ ਨੇ, ਟੌਪਿਕ ਵਾਈਜ਼ ਮਿਲਣਗੇ। 100% ਸਿਲੇਬਸ ਹੋਊਗਾ, 100% ਤਿਆਰੀ ਹੋਊਗੀ। ਸੋ ਇਸ ਨੰਬਰ 'ਤੇ ਸੰਪਰਕ ਕਰ ਲਿਓ 88 474 77 007। ਬਹੁਤ ਵੱਡੀ ਗਿਣਤੀ 'ਚ ਬੱਚੇ ਨੋਟਸ ਲੈ ਰਹੇ ਨੇ, ਅਤੇ ਸਾਰਿਆਂ ਦੀ ਮਤਲਬ ਇਹ ਜਿਨ੍ਹਾਂ ਨਾਲ ਵੀ ਸੰਪਰਕ ਹੁੰਦਾ ਬਾਅਦ ਦੇ ਵਿੱਚ ਜਾਂ ਫੋਨ ਕਰਦੇ ਨੇ, ਸਾਰੇ ਸ਼ਲਾਘਾ ਕਰਦੇ ਨੇ, ਕਹਿੰਦੇ ਵੀ ਬਹੁਤ ਵਧੀਆ ਨੋਟਸ ਨੇ ਅਤੇ ਸਾਰਾ ਮਟੀਰੀਅਲ ਉਹਨਾਂ ਨੂੰ ਮਿਲ ਰਿਹਾ। ਸੋ ਦੱਖਣੀ ਭਾਰਤ ਦੀ ਵਿਜੇ ਕਰਨ ਵਾਲਾ ਦਿੱਲੀ ਦਾ ਪਹਿਲਾ ਸੁਲਤਾਨ ਕੌਣ ਸੀ? ਬਲਬਨ ਸੀ, ਔਲਾਦੀਨ ਖਿਲਜੀ ਸੀ, ਮੁਹੰਮਦ ਬਿਨ ਤੁਗਲਕ, ਫਿਰੋਜ਼ ਸ਼ਾਹ ਤੁਗਲਕ। ਸੋ ਇਹ ਸੀਗਾ ਜੀ ਔਲਾਦੀਨ ਖਿਲਜੀ। ਦੱਖਣ ਭਾਰਤ ਦੇ ਵਿੱਚ ਜਿੱਤ ਪ੍ਰਾਪਤ ਕਰਨ ਵਾਲਾ ਇਹ ਸੁਲਤਾਨ ਸੀਗਾ ਔਲਾਦੀਨ ਖਿਲਜੀ। ਇਹਦੇ ਨਾਲ ਸੈਨਾਪਤੀ ਬੜਾ ਮਸ਼ਹੂਰ ਹੋਏ ਨੇ, ਮਹਾਨ ਸੈਨਾਪਤੀ ਸੀਗੇ। ਇੱਕ ਤਾਂ ਸੀਗਾ ਜਾਫਰ ਖਾਂ, ਇੱਕ ਸੀ ਉਲਗ ਖਾਂ। ਇਹਨਾਂ ਦਾ ਰੋਲ ਇਹਨੂੰ ਜਿਤਾਉਣ ਦੇ ਵਿੱਚ ਬੜਾ ਹੁੰਦਾ ਸੀ। ਇੱਕ ਨੁਸਰਤ ਖਾਂ, ਇੱਕ ਮਲਿਕ ਕਫੂਰ। ਇਹ ਇਹਦੇ ਸੈਨਾਪਤੀ ਸੀ ਜੀ ਚਾਰੇ। ਇਹ ਸੈਨਾਪਤੀਆਂ ਦੇ ਸਿਰ 'ਤੇ ਹੀ ਜੰਗ ਲੜਦਾ ਸੀ, ਅਤੇ ਮਤਲਬ ਵੈਸੇ ਹੀ ਤਾਂ ਸੈਨਾਪਤੀ ਜੰਗ ਲੜਦੇ ਹੁੰਦੇ ਨੇ, ਪਰ ਇਹ ਬੜੇ ਮਹਾਨ ਸੀ। ਇਹਨਾਂ ਦਾ ਡਰ ਹੀ ਇੰਨਾ ਸੀ, ਮੂਰਲੀ ਫੌਜ ਹਥਿਆਰ ਛੁੱਟ ਜਾਂਦੀ ਸੀ ਇਹਨਾਂ ਦੇ ਅੱਗੇ। ਸੋ ਇਹ ਆਪਣੇ ਸੈਨਾਪਤੀਆਂ ਨੂੰ ਆਪਣਾ ਖਾਸ ਬੰਦਾ ਬਣਾ ਕੇ ਰੱਖਦਾ ਸੀ। ਸੋ ਔਲਾਦੀਨ ਖਿਲਜੀ ਬਾਰੇ ਸਪੈਸ਼ਲ ਪੜ੍ਹਨਾ ਹੋਵੇ, ਦੇਖਣਾ ਹੋਵੇ ਕੁਛ, ਤਾਂ ਪਦਮਾਵਤ ਫਿਲਮ ਦੇਖ ਸਕਦੇ ਹੋ। ਸੋ ਮਿਲਦੇ ਹਾਂ ਜੀ ਅਗਲੇ ਵੀਡੀਓ ਲੈਕਚਰ ਦੇ ਵਿੱਚ। ਤਦ ਤੱਕ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।